ਲਹਿੰਦੇ ਪਾਣੀ ਵੱਲ ਹਰਿਦੁਆਰ ਪਾਂਡਿਆਂ ਨਾਲ ਚਰਚਾ। ਕੁਰੂਕਸ਼ੇਤਰ ਤੋਂ ਚੱਲ ਕੇ ਗੁਰੂ ਜੀ ਕਰਨਾਲ ਅਤੇ ਪਾਣੀਪਤ ਦੇ ਸ਼ੇਖਾਂ ਨਾਲ ਚਰਚਾ ਕਰਕੇ ਹਰਿਦੁਆਰ ਪਹੁੰਚ ਗਏ। ਇੱਥੇ ਜਦ ਆਪ ਜੀ ਨੇ ਵੇਖਿਆ ਕਿ ਲੋਕ ਗੰਗਾ ਵਿੱਚ ਇਸ਼ਨਾਨ ਕਰਕੇ ਚੜ੍ਹਦੇ ਸੂਰਜ ਨੂੰ ਪਾਣੀ ਦੀਆਂ ਚੁੱਲ੍ਹੀਆਂ ਸੁੱਟ ਰਹੇ ਹਨ, ਤਾਂ ਆਪ ਜੀ ਲਹਿੰਦੇ ਵੱਲ ਮੂੰਹ ਕਰਕੇ ਪਾਣੀ ਦੇ ਬੁੱਕ ਭਰ ਭਰ ਕੇ ਸੁੱਟਣ ਲੱਗੇ। ਤਾਂ ਪਾਂਡਿਆਂ ਨੇ ਪੁੱਛਿਆ ਕਿ ਤੁਸੀਂ ਲਹਿੰਦੇ ਪਾਸੇ ਪਾਣੀ ਕਿਉਂ ਚੱਟ ਰਹੇ ਹੋ? ਗੁਰੂ ਜੀ ਨੇ ਕਿਹਾ, ਤੁਸੀਂ ਚੜ੍ਹਦੇ ਵੱਲ ਕਿਉਂ ਚੱਟ ਰਹੇ ਹੋ? ਪਾਂਡਿਆਂ ਨੇ ਕਿਹਾ, ਅਸੀਂ ਸੂਰਜ ਨੂੰ ਪਾਣੀ ਦੇ ਰਹੇ ਹਾਂ। ਗੁਰੂ ਜੀ ਨੇ ਕਿਹਾ, ਅਸੀਂ ਆਪਣੀ ਖੇਤੀ ਨੂੰ ਪਾਣੀ ਦੇ ਰਹੇ ਹਾਂ। ਪਾਂਡਿਆਂ ਨੇ ਕਿਹਾ ਕਿ ਤੁਹਾਡੀ ਖੇਤੀ ਜਿਹੜੀ ਤੁਸੀਂ 300 ਕੋਹ 'ਤੇ ਦੱਸਦੇ ਹੋ, ਉਸ ਨੂੰ ਐਡੀ ਦੂਰ ਪਾਣੀ ਕਿਸ ਤਰ੍ਹਾਂ ਪਹੁੰਚੇਗਾ? ਗੁਰੂ ਜੀ ਬੋਲੇ, ਜੇਕਰ ਕਰੋੜਾਂ ਕੋਹ ਦੂਰ ਸੂਰਜ ਨੂੰ ਤੁਹਾਡਾ ਪਾਣੀ ਪਹੁੰਚ ਸਕਦਾ ਹੈ, ਤਾਂ ਸਾਡਾ ਪਾਣੀ 300 ਕੋਹ ਦੂਰ ਸਾਡੀ ਖੇਤੀ ਨੂੰ ਕਿਉਂ ਨਾ ਪਹੁੰਚੇਗਾ? ਜ਼ਰੂਰ ਪਹੁੰਚੇਗਾ। ਆਪ ਜੀ ਦਾ ਇਹ ਦਲੀਲ ਸੁਣ ਕੇ ਪਾਂਡੇ ਚੁੱਪ ਹੋ ਗਏ। ਉਪਰੰਤ ਗੁਰੂ ਜੀ ਨੇ ਪਾਂਡਿਆਂ ਅਤੇ ਪੰਡਤਾਂ ਨੂੰ ਬ੍ਰਾਹਮਣ, ਵੇਦ ਪਾਠੀ, ਜੋਗੀ, ਗ੍ਰਸਤੀ, ਰਾਜਾ ਅਤੇ ਪੜ੍ਹੇ ਹੋਏ ਦੇ ਗੁਣ ਦੱਸ ਕੇ ਕਿਹਾ ਕਿ ਇਨ੍ਹਾਂ ਗੁਣਾਂ ਨੂੰ ਧਾਰਨ ਕਰਨਾ ਹੀ ਸੱਚੀਆਂ ਚੁੱਲ੍ਹੀਆਂ ਭਰਨੀਆਂ ਹਨ। ਇਸ ਪ੍ਰਥਾਏ ਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਸਾਰਗ ਮਹੱਲਾ ਪਹਿਲਾ। ਨਾਨਕ ਚੁੱਲੀਆਂ ਸੁਚੀਆਂ ਜੇ ਪਰ ਜਾਣੇ ਕੋਇ, ਸੁਰਤੇ ਚੁੱਲੀ ਗਿਆਨ ਕੀ जोगी का जत होय। ब्राह्मण चुल्ली संतोख की गिरही का सतदान, राजे चुल्ली न्याव की पड़िया सच ध्यान। पानी चितना तो पई मुख पीते तिख जाए, पानी पिता जगत का फिर पानी सब खाए। दिल्ली दे पातशाह सिकंदर लोधी ਨੂੰ ਉਪਦੇਸ਼। ਹਰਿਦੁਆਰ ਤੋਂ ਚੱਲ ਕੇ ਗੁਰੂ ਜੀ ਦਿੱਲੀ ਸ਼ਹਿਰ ਤੋਂ ਬਾਹਰ ਜਮਨਾ ਦੇ ਕਿਨਾਰੇ ਆਣ ਬੈਠੇ। ਦਿੱਲੀ ਦਾ ਪਾਤਸ਼ਾਹ ਸਿਕੰਦਰ ਲੋਧੀ ਬੜਾ ਜ਼ਾਲਮ ਸੀ। ਇਸ ਨੇ ਭਗਤ ਕਬੀਰ, ਸਧਨਾ ਅਤੇ ਨਾਮਦੇਵ ਆਦਿ ਭਗਤਾਂ ਦੀ ਪ੍ਰੀਖਿਆ ਕਰਨ ਵਾਸਤੇ ਇਹਨਾਂ ਨੂੰ ਕਈ ਪ੍ਰਕਾਰ ਦੇ ਕਸ਼ਟ ਦਿੱਤੇ। ਹੋਰ ਵੀ ਅਨੇਕਾਂ ਫਕੀਰਾਂ ਨੂੰ ਇਸ ਨੇ ਉਹਨਾਂ ਦੀਆਂ ਕਰਾਮਾਤ ਦੇਖਣ ਵਾਸਤੇ ਕੈਦ ਕੀਤਾ ਹੋਇਆ ਸੀ। ਗੁਰੂ ਜੀ ਨੇ ਜਦ ਪਾਤਸ਼ਾਹ ਦਾ ਮੋਇਆ ਹੋਇਆ ਹਾਥੀ ਜਿਵਾਇਆ, ਤਾਂ ਪਾਤਸ਼ਾਹ ਆਪਣੇ ਮਸਲਤੀ ਕਾਜ਼ੀ ਨੂੰ ਨਾਲ ਲੈ ਕੇ ਦਰਸ਼ਨ ਕਰਨ ਆਇਆ। ਆਪ ਅੱਗੇ ਬੇਨਤੀ ਕੀਤੀ ਕਿ ਤੁਸੀਂ ਖੁਦਾ ਦਾ ਰੂਪ ਹੋ, ਮੈਨੂੰ ਵੀ ਉਪਦੇਸ਼ ਦਿਓ। ਗੁਰੂ ਜੀ ਨੇ ਕਿਹਾ, ਇਹ ਨਿਰਦੋਸ਼ ਸਾਧੂ ਜਿਹੜੇ ਤੂੰ ਕੈਦ ਕੀਤੇ ਹੋਏ ਹਨ, ਇਹਨਾਂ ਦੀ ਬੰਦ ਖਲਾਸੀ ਕਰ ਦਿਓ ਅਤੇ ਅੱਗੇ ਤੋਂ ਧਰਮ ਦਾ ਨਿਆਂ ਕਰਿਆ ਕਰੋ। ਕਿਸੇ ਨਿਰਦੋਸ਼ ਨੂੰ ਦੁੱਖ ਨਾ ਦਿਆ ਕਰੋ। ਪਾਤਸ਼ਾਹ ਨੇ ਗੁਰੂ ਜੀ ਦੇ ਬਚਨ ਮੰਨ ਕੇ ਸਾਰੇ ਸਾਧੂ ਸੰਤਾਂ ਭਗਤਾਂ ਨੂੰ ਰਿਹਾ ਕਰ ਦਿੱਤਾ ਅਤੇ ਅੱਗੇ ਤੋਂ ਐਸੀ ਕੋਈ ਕਾਰਵਾਈ ਨਾ ਕਰਨ ਦਾ ਪ੍ਰਣ ਕੀਤਾ। ਇਸ ਸਥਾਨ 'ਤੇ ਜਮਨਾ ਕਿਨਾਰੇ ਦੁਆਰੇ ਗੁਰਦੁਆਰਾ ਮਜਨੂ ਟਿੱਲਾ ਕਰਕੇ ਪ੍ਰਸਿੱਧ ਹੈ। ਇੱਥੇ ਇੱਕ ਮਜਨੂ ਨਾਮ ਦੇ ਸਾਧੂ ਨੇ ਬਹੁਤ ਚਿਰ ਬੈਠ ਕੇ ਭਜਨ ਬੰਦਗੀ ਕੀਤੀ ਸੀ, ਜਿਸ ਦੇ ਨਾਮ ਉੱਤੇ ਇਹ ਟਿੱਲਾ ਪ੍ਰਸਿੱਧ ਹੈ। ਅੱਗੇ ਦਿੱਲੀ ਤੋਂ ਚੱਲ ਕੇ ਗੁਰੂ ਜੀ ਮਥੁਰਾ ਅਤੇ ਬਿੰਦਰਾਵਨ ਪਹੁੰਚੇ। ਇੱਥੇ ਆਪ ਜੀ ਨੇ ਵੇਖਿਆ ਕਿ ਲੋਕ ਰਾਜੇ, ਰਾਣੀਆਂ ਅਤੇ ਕ੍ਰਿਸ਼ਨ ਗੋਪੀਆਂ ਦੇ ਸਾਂਗ ਬਣਾ ਕੇ ਰਾਸਾਂ ਪਾਉਂਦੇ ਅਤੇ ਨੱਚਦੇ ਟੱਪਦੇ ਹਨ। ਉਹਨਾਂ ਦੀ ਇਹ ਦਸ਼ਾ ਵੇਖ ਕੇ ਗੁਰੂ ਜੀ ਨੇ ਉਹਨਾਂ ਨੂੰ ਇਹ ਸ਼ਬਦ ਉਚਾਰਨ ਕੀਤਾ ਕਿ ਵਾਰ ਆਸਾ ਮਹੱਲਾ ਪਹਿਲਾ। ਵਾਇਨ ਚੇਲੇ ਨਚਨ ਗੁਰ, ਪੈਰ ਹਲਾਇਨ ਫੇਰਨ ਸਿਰ। ਉੱਡ ਉੱਡ ਰਾਵਾ ਝਾਟੇ ਪਾਏ, ਵੇਖੇ ਲੋਕ ਹੱਸੇ ਘਰ ਜਾਏ। ਰੋਟੀਆ ਕਾਰਨ ਪੂਰਹਿ ਤਾਲ, ਆਪ ਪਛਾੜੈ ਧਰਤੀ ਨਾਲ। ਗਾਵਨ ਗੋਪੀਆ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ। ਗੁਰੂ ਜੀ ਨੇ ਇਹਨਾਂ ਲੋਕਾਂ ਨੂੰ ਕਿਹਾ, ਇਹ ਸਭ ਕਾਮ ਉਪਜਾਊ ਖੇਡਾਂ ਹਨ। ਪੁਰਸ਼ ਨੂੰ ਆਪਣੇ ਗੁਰੂ ਪੀਰਾਂ ਦੇ ਉਪਦੇਸ਼ ਧਾਰਨ ਕਰਕੇ ਆਪਣੇ ਜੀਵਨ ਨੂੰ ਉੱਚਾ ਕਰਨਾ ਚਾਹੀਦਾ ਹੈ। ਮਥੁਰਾ ਤੋਂ ਇਹ ਉਪਦੇਸ਼ ਕੇ ਮਥੁਰਾ ਦੇ ਵਿੱਚੋਂ ਇਹ ਉਪਦੇਸ਼ ਦੇ ਕੇ ਗੁਰੂ ਜੀ ਜੋਗੀਆਂ ਦੇ ਪ੍ਰਸਿੱਧ ਸਥਾਨ ਗੋਰਖਮੱਥੇ ਪਹੁੰਚ ਗਏ। ਇੱਥੇ ਜੰਗਲ ਵਿੱਚ ਕੰਨ ਪਾਟੇ ਜੋਗੀ ਗੋਰਖਨਾਥ ਅਤੇ ਉਸ ਦੇ ਚੇਲੇ ਰਹਿੰਦੇ ਸਨ। ਗੁਰੂ ਜੀ ਨੇ ਉਹਨਾਂ ਦੇ ਡੇਰੇ ਤੋਂ ਕੁਝ ਦੂਰ ਬੈਠ ਕੇ ਕੀਰਤਨ ਆਰੰਭ ਕਰ ਦਿੱਤਾ।
ਸਾਰੇ ਜੋਗੀ ਆਪ ਜੀ ਪਾਸ ਆਣ ਇਕੱਠੇ ਹੋਏ। ਜੋਗੀਆਂ ਨੇ ਪੁੱਛਿਆ, ਤੁਹਾਡਾ ਮਤ ਕੀ ਹੈ? ਤੁਸੀਂ ਕੌਣ ਹੋ ਅਤੇ ਕਿੱਥੋਂ ਦੇ ਆਏ ਹੋਏ ਹੋ ਅਤੇ ਇੱਥੇ ਕਿਸ ਤਰ੍ਹਾਂ ਆਏ ਹੋ? ਗੁਰੂ ਜੀ ਨੇ ਕਿਹਾ, ਅਸੀਂ ਨਿਰੰਕਾਰੀ ਹਾਂ ਅਤੇ ਨਿਰੰਕਾਰ ਦੇ ਦੇਸ਼ ਵਿੱਚੋਂ ਆਏ ਹਾਂ। ਇੱਥੇ ਤੁਹਾਡੇ ਦਰਸ਼ਨ ਕਰਨ ਆਏ ਹਾਂ। ਜੋਗੀਆਂ ਨੇ ਕਿਹਾ, ਸਾਡਾ ਜੋਗ ਮਤ ਧਾਰਨ ਕਰ ਲਵੋ, ਤੁਹਾਨੂੰ ਸੱਚਾ ਮਾਰਗ ਪ੍ਰਾਪਤ ਹੋ ਜਾਵੇਗਾ। ਗੁਰੂ ਜੀ ਬੋਲੇ ਕਿ ਸੱਚਾ ਮਾਰਗ ਕਿਸੇ ਭੇਸ ਵਿੱਚ ਸੀਮਤ ਨਹੀਂ ਹੈ। ਜਿਹੜਾ ਵੀ ਪੁਰਸ਼ ਆਪਣੇ ਆਪ ਨੂੰ ਜਗਤ ਦੀਆਂ ਬੁਰਾਈਆਂ ਤੋਂ ਬਚਾ ਕੇ ਰੱਖਦਾ ਹੈ, ਉਸ ਨੂੰ ਹੀ ਸੱਚਾ ਮਾਰਗ ਪ੍ਰਾਪਤ ਹੋ ਜਾਂਦਾ ਹੈ। ਅਨੇਕ ਪ੍ਰਕਾਰ ਦੀ ਚਰਚਾ ਕਰਕੇ ਸਿੱਧਾਂ ਨੇ ਆਪ ਜੀ ਨੂੰ ਕਾਮਲ ਫਕੀਰ ਵੇਖ ਕੇ ਕਿਹਾ ਕਿ ਤੁਸੀਂ ਯੋਗ ਮਤ ਦੇ ਚਿੰਨ੍ਹ, ਖਿੰਥਾਂ, ਮੁੰਦਰਾ, ਝੋਲੀ ਅਤੇ ਡੰਡਾ ਆਦਿਕ ਧਾਰਨ ਕਰ ਲਵੋ ਅਤੇ ਸਰੀਰ ਉੱਤੇ ਇਹੋ ਰੰਗ ਬਿਰੰਗੇ ਕੱਪੜੇ ਉਤਾਰ ਕੇ ਸੁਆਹ ਮਲ ਲਵੋ। ਸਾਡਾ ਭੇਖ ਧਾਰਨ ਕਰ ਲੈਣ ਨਾਲ ਤੁਹਾਡੀ ਬਹੁਤ ਮਾਨਤਾ ਹੋ ਜਾਵੇਗੀ। ਗੁਰੂ ਜੀ ਨੇ ਕਿਹਾ, ਇਹਨਾਂ ਚਿੰਨ੍ਹਾਂ ਦੇ ਧਾਰਨ ਕਰਨ ਨਾਲ ਈਸ਼ਵਰ ਨਾਲ ਜੁੜਿਆ ਜਾਵੇਗਾ ਜਾਂ ਨਹੀਂ? ਮਹਾਰਾਜ ਕਹਿੰਦੇ ਕਿ ਹੇ ਜੋਗੀ ਜਨੋ, ਖਿੰਥਾਂ ਤੇ ਡੰਡਾ ਧਾਰਨ ਕਰਨਾ, ਸਰੀਰ ਉੱਤੇ ਸੁਆਹ ਲਾਉਣੀ, ਸ਼ੰਖ ਵਜਾਉਣੀ ਅਤੇ ਸਿਰ ਮੁੰਨਣ ਨਾਲ ਯੋਗ ਨਹੀਂ ਹੁੰਦਾ। ਯੋਗ ਦੀ ਜੁਗਤੀ ਇਹ ਹੈ ਕਿ ਮਾਇਆ ਦੇ ਵਿੱਚ ਰਹਿੰਦੇ ਹੋਏ ਹੀ ਐਸਾ ਜੀਵਨ ਬਿਤਾਈਏ ਕਿ ਜਗਤ ਵੱਲੋਂ ਮੁਰਦੇ ਸਮਾਨ ਅਡੋਲ, ਨਿਰਇੱਛਤ ਤੇ ਨਿਰਵਿਕਾਰ ਰਹੀਏ। ਫਿਰ ਜਦ ਸਿੰਘੀ ਨੂੰ ਫੂੰਕ ਕੇ ਮਾਰਨ ਤੋਂ ਵੀ ਬਿਨਾਂ ਹੀ ਅਨਹਦ ਦੀ ਧੁਨੀ ਤੋਂ ਉੱਠੇ ਤਾਂ ਅਲਖ ਨਿਰੰਜਨ ਪਦ ਨੂੰ ਪਾਇਦਾ ਹੈ। ਗੁਰੂ ਜੀ ਦੇ ਇਹ ਬਚਨ ਸੁਣ ਕੇ ਸਿੱਧ ਆਦੇਸ਼ ਕਰਕੇ ਆਪਣੀ ਮੌਜ ਨਾਲ ਉੱਠ ਕੇ ਪਹਾੜਾਂ ਨੂੰ ਚਲੇ ਗਏ। ਸਿੱਧਾਂ ਉੱਤੇ ਇਸ ਚਰਚਾ ਦੁਆਰਾ ਗੁਰੂ ਜੀ ਦੀ ਵਿਜੈ ਦੇ ਕਾਰਨ ਗੋਰਖ ਮਤੇ ਦਾ ਨਾਮ ਨਾਨਕ ਮਤਾ ਪ੍ਰਸਿੱਧ ਹੋ ਗਿਆ। ਇੱਥੇ ਗੁਰਦੁਆਰਾ ਕਾਇਮ ਹੈ ਅਤੇ ਵਿਸਾਖੀ ਨੂੰ ਬੜਾ ਭਾਰਾ ਮੇਲਾ ਲੱਗਦਾ ਹੈ। ਇਸ ਨਾਨਕ ਮਤੇ ਸਥਾਨ ਤੋਂ ਚੱਲ ਕੇ ਗੁਰੂ ਜੀ ਪੂਰਬ ਦਿਸ਼ਾ ਬਨਾਰਸ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਕੁਝ ਅੱਗੇ ਜਾ ਕੇ ਭਾਈ ਮਰਦਾਨਾ ਜੀ ਨੇ ਕਿਹਾ ਕਿ ਮਹਾਰਾਜ, ਜੰਗਲਾਂ ਪਹਾੜਾਂ ਵਿੱਚ ਹੀ ਲਈ ਫਿਰਦੇ ਹੋ, ਮੈਨੂੰ ਭੁੱਖ ਬਹੁਤ ਲੱਗੀ ਹੈ। ਜੇ ਕੁਝ ਖਾਣ ਨੂੰ ਮਿਲ ਜਾਵੇ ਤਾਂ ਖਾ ਕੇ ਤੁਹਾਡੇ ਨਾਲ ਤੁਰਨ ਜੋਗਾ ਹੋ ਜਾਵਾਂਗਾ। ਉਸ ਸਮੇਂ ਗੁਰੂ ਜੀ ਇੱਕ ਰੀਠੇ ਦੇ ਬ੍ਰਿਛ ਹੇਠਾਂ ਆਰਾਮ ਕਰ ਰਹੇ ਸਨ। ਆਪ ਜੀ ਨੇ ਬ੍ਰਿਛ ਫਲ ਦੇਖ ਕੇ ਮਰਦਾਨੇ ਨੂੰ ਆਖਿਆ, ਮਰਦਾਨਾ, ਜੇਕਰ ਤੈਨੂੰ ਭੁੱਖ ਲੱਗੀ ਹੈ ਤਾਂ ਇਸ ਰੀਠੇ ਦੀ ਟਾਹਣੀ ਨੂੰ ਹਿਲਾ ਕੇ ਰੀਠੇ ਡੇਗ ਕੇ ਖਾ ਲੈ। ਮਰਦਾਨੇ ਨੇ ਹੁਕਮ ਮੰਨ ਕੇ ਜਦ ਰੀਠੇ ਡੇਗ ਕੇ ਖਾਧੇ ਤਾਂ ਉਹ ਛੁਹਾਰਿਆਂ ਵਾਂਗੂ ਮਿੱਠੇ ਸਨ। ਉਸਨੇ ਰੱਜ ਕੇ ਖਾ ਲਏ। ਇਸ ਬ੍ਰਿਛ ਦੇ ਰੀਠੇ ਅੱਜ ਵੀ ਮਿੱਠੇ ਹੀ ਹਨ, ਜੋ ਨਾਨਕ ਮਤੇ ਜਾਣ ਵਾਲੇ ਪ੍ਰੇਮੀਆਂ ਨੂੰ ਪ੍ਰਸ਼ਾਦ ਵਜੋਂ ਦਿੱਤੇ ਜਾਂਦੇ ਹਨ। ਮਿੱਠਾ ਰੀਠਾ ਨਾਨਕ ਮਤੇ ਤੋਂ ਪੂਰਬ ਦਿਸ਼ਾ ਵੱਲ 45 ਕਿਲੋਮੀਟਰ ਦੂਰ ਹੈ। ਇਸ ਤਰ੍ਹਾਂ ਹੀ ਪਹਾੜੀ ਇਲਾਕੇ ਵਿੱਚੋਂ ਲੰਘਦੇ ਹੋਏ ਗੁਰੂ ਜੀ ਸ੍ਰੀ ਰਾਮ ਚੰਦਰ ਜੀ ਦੇ ਜਨਮ ਸਥਾਨ ਅਯੋਧਿਆ ਨਗਰੀ ਆ ਗਏ। ਬਹੁਤ ਸਾਰੇ ਲੋਕ ਅਤੇ ਪੰਡਿਤ ਗੁਰੂ ਜੀ ਪਾਸ ਆਣ ਇਕੱਠੇ ਹੋ ਗਏ। ਗੁਰੂ ਜੀ ਨੇ ਇੱਕ ਪੰਡਿਤ ਨੂੰ ਪੁੱਛਿਆ ਕਿ ਅਸਾਂ ਸੁਣਿਆ ਸੀ ਕਿ ਅਯੋਧਿਆ ਨਗਰੀ ਨੂੰ ਸ੍ਰੀ ਰਾਮ ਚੰਦਰ ਜੀ ਆਪਣੇ ਨਾਲ ਹੀ ਬੈਕੁੰਠ ਨੂੰ ਲੈ ਗਏ ਸੀ, ਫਿਰ ਇਹ ਤਾਂ ਇੱਥੇ ਹੀ ਹੈ। ਪੰਡਤਾਂ ਨੇ ਕਿਹਾ, ਉਹ ਕੇਵਲ ਅਯੋਧਿਆ ਨਗਰੀ ਦੇ ਜੀਵਾਂ ਨੂੰ ਹੀ ਨਾਲ ਲੈ ਗਏ ਸੀ, ਮਹਿਲ ਮਾੜੀਆਂ ਤੇ ਹੋਰ ਸਭ ਕੁਝ ਇੱਥੇ ਹੀ ਰਹਿ ਗਿਆ ਸੀ। ਗੁਰੂ ਜੀ ਨੇ ਕਿਹਾ, ਉਹਨਾਂ ਲੋਕਾਂ ਨੇ ਸ੍ਰੀ ਰਾਮ ਚੰਦਰ ਜੀ ਦੇ ਦਰਸ਼ਨ ਕੀਤੇ ਸਨ, ਜਿਸ ਕਰਕੇ ਉਹ ਉਹਨਾਂ ਦੇ ਨਾਲ ਹੀ ਬੈਕੁੰਠਾਂ ਨੂੰ ਚਲੇ ਗਏ ਸਨ। ਪਰ ਤੁਸੀਂ ਲੋਕ ਜਦ ਤੱਕ ਗੁਰੂ ਉਪਦੇਸ਼ ਦੁਆਰਾ ਭਗਤੀ ਧਾਰਨ ਨਹੀਂ ਕਰੋਗੇ, ਤਦ ਤੱਕ ਤੁਸੀਂ ਬੈਕੁੰਠ ਨੂੰ ਨਹੀਂ ਜਾ ਸਕੋਗੇ। ਉਹਨਾਂ ਨੇ ਕਿਹਾ, ਗੁਰੂ ਤਾਂ ਕਈ ਪ੍ਰਕਾਰ ਦੇ ਹਨ, ਅਸੀਂ ਕਿਸ ਗੁਰੂ ਨੂੰ ਧਾਰਨ ਕਰੀਏ? ਗੁਰੂ ਜੀ ਨੇ ਦੱਸਿਆ, ਜਿਸ ਦੇ ਆਪਣੇ ਮਨ ਵਿੱਚ ਪੂਰਨ ਗਿਆਨ ਹੋਵੇ, ਮੋਹ ਮਾਇਆ ਤੋਂ ਨਿਰਲੇਪ ਹੋਵੇ, ਉਹ ਆਪ ਵੀ ਤਰ ਜਾਂਦਾ ਅਤੇ ਦੂਸਰਿਆਂ ਨੂੰ ਵੀ ਜੋ ਉਸ ਦੇ ਲੜ ਲੱਗਦੇ ਹਨ, ਉਹ ਅੰਤ ਸਮੇਂ ਬੈਕੁੰਠਾਂ ਨੂੰ ਜਾਂਦੇ ਹਨ। ਗੁਰੂ ਜੀ ਦੇ ਇਹ ਬਚਨ ਸੁਣ ਕੇ ਪੰਡਤਾਂ ਨੇ ਕਿਹਾ ਕਿ ਮਹਾਰਾਜ, ਸਾਨੂੰ ਤੁਸੀਂ ਹੀ ਉਪਦੇਸ਼ ਦਿਓ। ਤਦ ਆਪ ਜੀ ਨੇ ਉਹਨਾਂ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਨਿਹਾਲ ਕਰ ਦਿੱਤਾ।
ਅਯੋਧਿਆ ਤੋਂ ਚੱਲ ਕੇ ਗੁਰੂ ਜੀ ਰਸਤੇ ਵਿੱਚ ਆਪਣੇ ਮਿਸ਼ਨ ਦਾ ਪਹਾੜੀ ਲੋਕਾਂ ਵਿੱਚ ਪ੍ਰਚਾਰ ਕਰਦੇ ਹੋਏ ਬਨਾਰਸ ਪਹੁੰਚ ਗਏ। ਇਹ ਸ਼ਹਿਰ ਹਿੰਦੂ ਮਤ ਦੇ ਬੜੇ ਬੜੇ ਵਿਦਵਾਨ ਪੰਡਤਾਂ ਦਾ ਕੇਂਦਰ ਸੀ। ਆਪ ਜੀ ਦਾ ਬਾਹਰਲਾ ਅਚਰਜ ਪਹਿਰਾਵਾ ਗੇਰੂਏ ਰੰਗਾ ਕੁੜਤਾ, ਉੱਪਰ ਚਿੱਟਾ ਚਾਦਰਾ, ਇੱਕ ਪੈਰ ਜੁੱਤੀ, ਇੱਕ ਪੈਰ ਖੌਸ, ਸਿਰ 'ਤੇ ਟੋਪੀ, ਗਲ ਵਿੱਚ ਮਾਲਾ ਅਤੇ ਮੱਥੇ 'ਤੇ ਕੇਸਰ ਦਾ ਤਿਲਕ ਦੇਖ ਕੇ ਬਹੁਤ ਲੋਕ ਇਕੱਠੇ ਹੋ ਗਏ। ਅਨੇਕ ਪ੍ਰਕਾਰ ਦੇ ਪ੍ਰਸ਼ਨ ਪੁੱਛਣ ਲੱਗੇ। ਜਦ ਲੋਕਾਂ ਨੇ ਦੇਖਿਆ ਕਿ ਇਹ ਪ੍ਰਸ਼ਨਾਂ ਦੇ ਉੱਤਰ ਬੜੇ ਗੰਭੀਰ ਢੰਗ ਨਾਲ ਦਿੰਦੇ ਹਨ ਤਾਂ ਉਹ ਇੱਕ ਵਿਦਵਾਨ ਪੰਡਤ ਚਤਰਦਾਸ ਨੂੰ ਸੱਦ ਲਿਆਏ। ਉਸਨੇ ਗੁਰੂ ਜੀ ਨਾਲ ਚਰਚਾ ਛੇੜ ਦਿੱਤੀ। ਪੰਡਤ ਚਤਰਦਾਸ ਨੇ ਕਿਹਾ ਕਿ ਮਹਾਰਾਜ, ਅਸੀਂ ਭਾਵੇਂ ਰੋਜ਼ ਹੀ ਵੇਦ ਸ਼ਾਸਤਰ ਪੜ੍ਹਦੇ ਸੁਣਦੇ ਹਾਂ, ਪਰ ਸਾਡੇ ਮਨ ਦਾ ਹੰਕਾਰ ਨਹੀਂ ਮਿਟਦਾ ਤੇ ਮਨ ਨੂੰ ਸ਼ਾਂਤੀ ਨਹੀਂ ਹੁੰਦੀ। ਇਸ ਦਾ ਕਾਰਨ ਕੀ ਹੈ? ਗੁਰੂ ਜੀ ਨੇ ਕਿਹਾ, ਜੇਕਰ ਮਨ ਅੰਦਰ ਸਦਾ ਹੀ ਬੁਰਾਈਆਂ ਦਾ ਚਿੰਤਵਨ ਹੁੰਦਾ ਹੋਵੇ ਤਾਂ ਫਿਰ ਵੇਦ ਸ਼ਾਸਤਰਾਂ ਦਾ ਉਪਦੇਸ਼ ਦਾ ਅਸਰ ਕਿਸ ਤਰ੍ਹਾਂ ਹੋ ਸਕਦਾ ਹੈ? ਪਹਿਲਾਂ ਆਪਣੇ ਮਨ ਤੋਂ ਝੂਠ, ਨਿੰਦਿਆ, ਲੋਭ, ਲਾਲਚ ਆਦਿ ਬੁਰਾਈਆਂ ਨੂੰ ਦੂਰ ਕਰੋ। ਫਿਰ ਵੇਦ ਸ਼ਾਸਤਰਾਂ ਨੂੰ ਪੜ੍ਹ ਸੁਣ ਕੇ ਉਸ ਦੇ ਗਿਆਨ ਉਪਦੇਸ਼ ਨੂੰ ਧਾਰਨ ਕਰੋਗੇ ਤਾਂ ਤੁਹਾਡੇ ਮਨ ਨੂੰ ਸ਼ਾਂਤੀ ਪ੍ਰਾਪਤੀ ਹੋਵੇਗੀ। ਫਿਰ ਪੰਡਤਾਂ ਨੇ ਕਿਹਾ ਕਿ ਮਹਾਰਾਜ, ਪਰਮੇਸ਼ਰ ਦੇ ਕਿਸ ਨਾਮ ਦਾ ਜਪ ਕਰਨ ਨਾਲ ਮੁਕਤੀ ਹੁੰਦੀ ਹੈ? ਗੁਰੂ ਜੀ ਨੇ ਕਿਹਾ, ਜਿਵੇਂ ਸਾਰੀਆਂ ਬੇੜੀਆਂ ਹੀ ਨਦੀ ਤੋਂ ਪਾਰ ਕਰਨ ਵਾਲੀਆਂ ਹੁੰਦੀਆਂ ਹਨ। ਜਿਸ ਉੱਤੇ ਕੋਈ ਚੜ੍ਹ ਜਾਵੇ ਉਸ ਨੂੰ ਉਹੀ ਬੇੜੀ ਨਦੀ ਤੋਂ ਪਾਰ ਉਤਾਰ ਦਿੰਦੀ ਹੈ। ਇਸ ਤਰ੍ਹਾਂ ਹੀ ਗੁਰੂ ਰੂਪੀ ਮਲਾਹ ਜਿਸ ਨਾਮ ਰੂਪੀ ਬੇੜੀ ਉੱਤੇ ਚੜ੍ਹਾਵੇ ਉਸ ਉੱਤੇ ਚੜ੍ਹ ਕੇ ਪਾਰ ਉਤਾਰਾ ਹੋ ਜਾਂਦਾ ਹੈ। ਪੰਡਤਾਂ ਨੇ ਕਿਹਾ, ਮਹਾਰਾਜ, ਸਾਨੂੰ ਕਿਸ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ? ਗੁਰੂ ਜੀ ਨੇ ਕਿਹਾ, ਤੁਸੀਂ ਸਤਨਾਮ ਦਾ ਸਿਮਰਨ ਕਰਿਆ ਕਰੋ, ਤੁਹਾਡਾ ਪਾਰ ਉਤਾਰਾ ਹੋ ਜਾਵੇਗਾ। ਇਸ ਤਰ੍ਹਾਂ ਗਿਆਨ ਉਪਦੇਸ਼ ਦੀ ਚਰਚਾ ਕਰਕੇ ਗੁਰੂ ਜੀ ਉੱਥੋਂ ਅੱਗੇ ਨੂੰ ਚੱਲ ਪਏ।